नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम तुहाडे सितारे विच। मैं हां तरनजीत कौर घुम्मण हाजरा जी लैके तुहाडा अपना प्रोग्राम जिहदे विच गलबात करांगे तुहाडे सितारियां दे बारे विच। साडा अज दा प्रोग्राम जिहड़ा है रिकॉर्डेड प्रोग्राम होएगा ते असीं मुआफी चाहांगे कि अज तुहाडीआं कॉल्स जिहड़ियां असीं नहीं लै सकते, पर इन द मीन टाइम तुसीं डॉक्टर अशोक भंडारी नूं उन्हां दे नीचे लिखे नंबर्स ते उत्ते कॉल करके तुहाडी कोई भी क्वेरी हैगी आ उन्हां नूं पुछ सकते हो। सो नाल दे नाल नंबर्स भी आ रहे ने ते अज असीं थोड़ी जी जानकारी तुहाडे नाल जरूर सांझी करांगे क्योंकि ये प्रोग्राम रिकॉर्डेड है। सो असीं अज स्टूडियो विच इनवाइट कीता होया डॉक्टर अशोक भंडारी नूं। सूरज ग्रह के बारे में अज आपां जानकारी लवांगे, साडी जिंदगी दे विच इसदा की असर है। प्लैनेट दे विच कहंदे आ तां प्लैनेट च कहंदे आ सब दा राजा सूरज है ते ग्रहां दी गल कीती जावे ग्रहां दे विच सूरज दा की स्थान हैगा आ ते इसदा साडी जिंदगी दे उत्ते की इंपैक्ट पैंदा है, इस दे बारे गलबात करांगे। सो पहला तो बहुत-बहुत स्वागत है सर तुहाडा। जी, तुहाडा भी बहुत-बहुत स्वागत है। की हाल चाल सर? ठीक है जी। सो साडा ये प्रोग्राम एक बार फिर तो अपने दर्शकों को दसदा कि रिकॉर्डेड प्रोग्राम है जी। अज असीं कॉल्स नहीं लै सकदे, कोई भी सवाल आ या तां तुसीं सानूं कमेंट कर सकदे हो या फिर तुसीं अपने टाइम जोन के अकॉर्डिंग डॉक्टर भंडारी नूं कॉल कर सकते हो। सो डॉक्टर भंडारी, लास्ट टाइम आपां जिवें गल कीती सीगी गुरु ग्रह दे बारे विच, सो अज आपां सूर्य दे बारे विच गलबात करन जा रहे हां। कहंदे जदों प्लैनेट्स दी गल आउंदी आ, प्लैनेट्स दे विच यूनीवर्स दे विच तां सूर्य सब तो वड्डा ग्रह मन्निया जांदा है, राजा मन्निया जांदा ग्रहां दा। ते जे असीं अपनी लाइफ दी गल कीती जावे तां सूर्य ग्रह की है जी? सब तो पहला ਤਾਂ ਪ੍ਰਿਥਵੀ ਦੇ ਉੱਪਰੋਂ ਨਜ਼ਰ ਆਉਣ ਵਾਲੇ ਗ੍ਰਹਿਾਂ ਦੇ ਵਿੱਚੋਂ ਜਿਸ ਨੂੰ ਪ੍ਰਤੱਖਦਰਸ਼ੀ ਗ੍ਰਹਿ ਕਹਿੰਦੇ ਨੇ, ਜਿਹੜੇ ਕਿ ਹਰ ਇੱਕ ਗੱਲ ਦੀ ਜਾਮਨੀ ਭਰਦੇ ਨੇ ਔਰ ਸਾਡੇ ਉੱਪਰ ਸਿੱਧਾ ਅਫੈਕਟ ਕਰਦੇ ਨੇ, ਉਹ ਇੱਕ ਚੰਦਰਮਾ ਤੇ ਦੂਸਰਾ ਸੂਰਜ। ਤੇ ਗ੍ਰਹਿਾਂ ਦੇ ਵਿੱਚੋਂ ਇਸ ਨੂੰ ਸੂਰਜ ਦਾ ਰਾਜਾ ਮੰਨਿਆ ਜਾਂਦਾ ਹੈ। ਰਾਜਾ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਇਹ ਹਰ ਇੱਕ ਗ੍ਰਹਿ ਨੂੰ ਅਸਤ ਕਰ ਦਿੰਦਾ ਹੈ। ਜੋ ਵੀ ਗ੍ਰਹਿ ਇਸ ਦੇ ਨਾਲ ਬੈਠੇਗਾ ਜਾਂ ਤਾਂ ਉਹ ਸਮ ਹੋ ਜਾਵੇਗਾ ਜਾਂ ਅਸਤ ਹੋ ਜਾਵੇਗਾ। सम हो जाएगा या अस्त हो जाएगा। सो ਇਹਦਾ ਮਤਲਬ ਕੀ ਕਿ ਸੂਰਜ ਦੀ ਦ੍ਰਿਸ਼ਟੀ ਦੀ ਗੱਲ ਤੁਸੀਂ ਕਰ ਰਹੇ ਹੋ ਜਿਹਦੇ ਤੇ ਪੈਂਦੀ ਆ, ਜਾਂ ਜਿਨ੍ਹਾਂ ਦੇ ਵਿੱਚ ਜਾ ਕੇ ਗ੍ਰਹਿ ਦੇ ਵਿੱਚ ਸੂਰਜ ਨਾਲ ਬੈਠਦਾ ਆ ਉਹਨਾਂ ਦੀ ਗੱਲ ਜੀ? ਜਦੋਂ ਅਸੀਂ ਦੋ ਗ੍ਰਹਿ ਇੱਕੋ ਘਰ ਦੇ ਵਿੱਚ ਇਕੱਠੇ ਹੁੰਦੇ ਨੇ, ਇੱਕ ਰਾਸ਼ੀ ਦੇ ਵਿੱਚ ਇੱਕ ਲਗਨ ਦੇ ਵਿੱਚ, ਜਦੋਂ ਦੋ ਗ੍ਰਹਿ ਇਕੱਠੇ ਹੁੰਦੇ ਨੇ, ਸੂਰਜ ਨਾਲ ਬੈਠਣ ਵਾਲਾ ਹਰ ਇੱਕ ਗ੍ਰਹਿ ਸੂਰਜ ਦੇ ਤਾਪ ਨੂੰ, ਸੂਰਜ ਦੇ ਤੇਜ ਨੂੰ ਸੰਭਾਲ ਨਹੀਂ ਪਾਉਂਦਾ ਤੇ ਉਸ ਦੀ ਆਪਣੀ ਜਿਹੜੀ ਪਾਵਰ ਹੈਗੀ ਆ ਜਾਂ ਉਸ ਦੀ ਜੋ ਰੌਸ਼ਨੀ ਹੈਗੀ ਆ ਉਹ ਜਿਹੜੀ ਆ ਮੱਧਮ ਹੋ ਜਾਂਦੀ ਹੈ। ਤੇ ਕਈ ਗ੍ਰਹਿਾਂ ਦੇ ਨਾਲ ਮਿਲ ਕੇ ਯੁਤੀ ਜਦੋਂ ਇਹ ਪੈਦਾ ਕਰਦਾ ਹੈ ਤਾਂ ਸਾਡੇ ਜੀਵਨ ਦੇ ਉੱਤੇ ਯੋਗ ਕਾਰਕ ਵੀ ਇਹ ਹੋ ਜਾਂਦਾ ਹੈ। ਤੇ ਜਦੋਂ ਇਹ ਯੋਗ ਕਾਰਕ ਹੁੰਦਾ ਹੈ ਤੇ ਇਹ ਸਾਨੂੰ ਉੱਚ ਹੋ ਕੇ ਸਭ ਕੁਝ ਦਿੰਦਾ ਹੈ। ਸੋ ਅੱਜ ਉੱਚ ਦੀ ਗੱਲ ਕਰਾਂਗੇ। ਉੱਚ ਦਾ ਸੂਰਜ ਸਭ ਕੁਝ ਦੇਵੇ। ਸੋ ਕੀ ਕੁਝ ਦੇਵੇ ਇਸ ਦੇ ਬਾਰੇ ਗੱਲਬਾਤ ਕਰਾਂਗੇ। ਰਾਸ਼ੀਆਂ ਦੇ ਉੱਤੇ, ਅਲੱਗ-ਅਲੱਗ ਰਾਸ਼ੀਆਂ ਦੇ ਉੱਤੇ ਕਿਹੜੀ ਰਾਸ਼ੀ ਨੂੰ ਉੱਚ ਦਾ ਸੂਰਜ ਕੀ ਦੇ ਸਕਦਾ ਹੈ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਥੋੜਾ ਇਹ ਦੱਸੋ ਕਿ ਸੂਰਜ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਕਿਹੜੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ? ਜੀ, ਸੂਰਜ ਜਿਹੜਾ ਹੈ ਉਹ ਸਾਡੀ ਆਤਮਾ ਦਾ ਕਾਰਕ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਆਤਮਾ ਕੀ ਚੀਜ਼ ਹੈਗੀ ਆ, ਜਦੋਂ ਵੀ ਸੂਰਜ ਦੀ ਗੱਲ ਆਵੇਗੀ ਸਾਡੀ ਆਤਮਾ ਜਿਹੜੀ ਉਸ ਦੇ ਵਿੱਚ ਰੌਸ਼ਨੀ ਹੈ ਉਹ ਸੂਰਜ ਤੋਂ ਹੀ ਹੈ। ਇਸੇ ਕਰਕੇ ਸੂਰਜ ਤੋਂ ਆਉਣ ਵਾਲੀ ਹਰ ਜਿਹੜੀ ਸਾਊਂਡ ਹੈ ਉਹ ਸਾਡੀ ਆਤਮਿਕ ਸਾਊਂਡ ਹੈ, ਸਾਡੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਲੀ ਸਾਊਂਡ ਹੈ। ਓਮ ਜਾਂ ਓਮਕਾਰ ਜਾਂ ਏਕ ਓਮਕਾਰ ਦੀ ਜਿਹੜੀ ਸਾਊਂਡ ਹੈਗੀ ਆ ਉਹ ਸੂਰਜ ਤੋਂ ਹੀ ਪ੍ਰੋਡਿਊਸ ਹੁੰਦੀ ਹੈ। ਤੇ ਸੂਰਜ ਇੱਕ ਪਰਮਾਤਮਾ ਦਾ ਤੇ ਇਨਸਾਨ ਦਾ ਇੱਕ ਐਸਾ ਮਾਧਿਅਮ ਹੈਗਾ ਜਿਹੜਾ ਕਿ ਪਰਮਾਤਮਾ ਦੇ ਵਿੱਚ ਵਿਲੀਨ ਹੋਣ ਦੇ ਲਈ ਸਾਨੂੰ ਇੱਕ ਐਸਾ ਕਨੈਕਸ਼ਨ ਪੈਦਾ ਕਰਕੇ ਦਿੰਦਾ ਹੈ ਜਿਹੜਾ ਸਾਡੀ ਆਤਮਾ ਨੂੰ ਹਰ ਟਾਈਮ ਜਾਗਰਤ ਰੱਖਦਾ ਹੈ ਤੇ ਸਾਡਾ ਪਰਮਾਤਮਾ ਦੇ ਵਿੱਚ ਮਿਲਨ ਕਰਾਉਣ ਦੇ ਲਈ ਸਭ ਤੋਂ ਜ਼ਰੂਰੀ ਗ੍ਰਹਿ ਜਿਹੜਾ ਹੈ ਉਹ ਸੂਰਜ ਹੈ। ਜੀਵਨ ਦੇ ਉੱਤੇ ਇਸ ਦਾ ਕੀ ਅਸਰ ਪੈਂਦਾ ਹੈ? ਜੀਵਨ ਦੇ ਉੱਤੇ ਤੁਸੀਂ ਜਦੋਂ ਆਪਾਂ ਸੂਰਜ ਦੀ ਗੱਲ ਕਰਦੇ ਹਾਂ ਤਾਂ ਇਹ ਪਸ਼ੂ, ਪੰਛੀ, ਜੀਵ, ਨਿਰਜੀਵ, ਈਵਨ ਤੱਕ ਕਿ ਸੂਖਸ਼ਮ ਜੀਵਾਂ ਦੇ ਉੱਪਰ ਵੀ ਇਸ ਦਾ ਪ੍ਰਭਾਵ ਹੁੰਦਾ ਹੈ। ਕਾਰਨ ਇਹ ਹੈਗਾ ਕਿ ਕਿਸੇ ਵੀ ਚੀਜ਼ ਨੂੰ ਪੈਦਾ ਕਰਨ ਲਈ ਜਾਂ ਕਿਸੇ ਵੀ ਚੀਜ਼ ਨੂੰ ਸ੍ਰਿਸ਼ਟੀ ਨੂੰ ਰਚਣ ਦੇ ਲਈ ਸੂਰਜ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਸੂਰਜ ਦਾ ਜਿਹੜਾ ਤਾਪ ਹੈਗਾ, ਹਿਊਮਿਡਿਟੀ ਹੈਗੀ ਆ, ਹੁਮਸ ਹੈਗੀ ਆ ਜਾਂ ਉਸ ਦੀ ਅਗਨੀ ਹੈਗੀ ਆ, ਜਿੰਨਾ ਚਿਰ ਉਹ ਅਗਨੀ ਕਿਸੇ ਚੀਜ਼ ਦੇ ਉੱਪਰ ਨਹੀਂ ਪੈਂਦੀ ਤਾਂ ਪ੍ਰਿਥਵੀ ਦੇ ਵਿੱਚ ਕੁਝ ਵੀ ਚੀਜ਼ ਪੈਦਾ ਨਹੀਂ ਹੁੰਦੀ। ਕਿਸੇ ਵੀ ਚੀਜ਼ ਦੇ ਵਿੱਚ ਕਹਿੰਦੇ ਨੇ ਫਲਨ ਫੁੱਲਣ ਦੇ ਲਈ ਜਿਹੜਾ ਹੈ ਉਹ ਸੂਰਜ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਕਿਸੇ ਵੀ ਪੇੜ ਨੂੰ, ਪੌਦੇ ਨੂੰ ਜਦੋਂ ਅਸੀਂ ਸੂਰਜ ਦੀ ਰੌਸ਼ਨੀ ਤੋਂ ਹਟਾ ਲੈਂਦੇ ਹਾਂ ਤਾਂ ਉਸ ਟਾਈਮ ਇਹ ਜਿਹੜੇ ਪੇੜ ਪੌਦੇ ਨੇ ਉਹ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਜਾਂ ਮੁਰਝਾਣੇ ਸ਼ੁਰੂ ਹੋ ਜਾਂਦੇ ਨੇ। ਸੋ ਜਿਵੇਂ ਤੁਸੀਂ ਸੂਰਜ ਦੀ ਗੱਲ ਕੀਤੀ ਆ ਤਾਂ ਉੱਚ ਦਾ ਸੂਰਜ ਜਿਹੜਾ ਹੈ ਇਹ ਕੀ ਕੁਝ ਦੇ ਸਕਦਾ ਹੈ? ਜੀ, ਉੱਚ ਦੇ ਸੂਰਜ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਸ ਦਾ ਰਾਜਾ ਯਾਰ ਹੋਵੇ ਉਸ ਨੂੰ ਫਿਰ
ਥੱਲੇ ਵਾਲੇ ਲੋਕਾਂ ਦੀਆਂ ਮਿੰਨਤਾਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜੇ ਬੰਦੇ ਦਾ ਰੱਬ ਯਾਰ ਹੋਵੇ ਉਹਨੂੰ ਪੀਰਾਂ ਫਕੀਰਾਂ ਜਗ੍ਹਾ ਮਸਾਣਾ ਤੇ ਜਾਂ ਕਿਸੇ ਹੋਰ ਜਗ੍ਹਾ ਤੇ ਮੱਥੇ ਟੇਕਣ ਦੀ ਜ਼ਰੂਰਤ ਨਹੀਂ ਪੈਂਦੀ। ਇਸੇ ਹੀ ਤਰ੍ਹਾਂ ਅਗਰ ਕਿਸੇ ਦੀ ਕੁੰਡਲੀ ਦੇ ਵਿੱਚ ਸੂਰਜ ਉੱਚ ਦਾ ਫਲ ਦੇਣ ਵਾਲਾ ਹੋਵੇ, ਉੱਚ ਰਾਸ਼ੀ ਦੇ ਵਿੱਚ ਹੋਵੇ, ਉੱਚ ਭਾਵ ਦੇ ਵਿੱਚ ਬੈਠਾ ਹੋਵੇ, ਲਗਨ ਦੇ ਮੁਤਾਬਕ ਉਸ ਦੇ ਉੱਪਰ ਸੂਰਜ ਦੇ ਉੱਪਰ ਚੰਗੇ ਗ੍ਰਹਿਾਂ ਦੀ ਦ੍ਰਿਸ਼ਟੀ ਪੈਂਦੀ ਹੋਵੇ ਤੇ ਜਦੋਂ ਕੋਈ ਇਨਸਾਨ ਸੂਰਜ ਦੇ ਅੰਡਰ ਆ ਜਾਂਦਾ, ਕਈਆਂ ਦੀ ਰਾਸ਼ੀ ਸੂਰਜ ਦੇ ਅੰਡਰ ਆਉਂਦੀ ਹੈ, ਜਦੋਂ ਕਿਸੇ ਦੀ ਰਾਸ਼ੀ ਉਸ ਦੇ ਅੰਡਰ ਆਉਂਦੀ ਹੈ ਤੇ ਅਗਰ ਉੱਪਰੋਂ ਸੂਰਜ ਵੀ ਉੱਚ ਦਾ ਹੋਵੇ ਤੇ ਸਾਰੀ ਕੁੰਡਲੀ ਦੇ ਵਿੱਚ ਇੱਕ ਕੱਲਾ ਗ੍ਰਹਿ ਜਿਹੜਾ ਕੱਲਾ ਸੂਰਜ ਹੀ ਅਗਰ ਉੱਚ ਦਾ ਹੋਵੇ ਤਾਂ ਉਸ ਇਨਸਾਨ ਨੂੰ ਬਾਕੀ ਗ੍ਰਹਿਾਂ ਨੂੰ ਵੇਖਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਸੋ ਜਿਵੇਂ ਜ਼ਿੰਦਗੀ ਦੀ ਜਿਵੇਂ ਮੈਂ ਗੱਲ ਕੀਤੀ ਹੈ ਇੰਪੈਕਟ ਪੈਂਦਾ ਹੈ ਤਾਂ ਸਾਡੇ ਵੈਸੇ ਦਿਨਚਰਿਆ ਦੀ ਗੱਲ ਕਰਿਆ, ਸਾਡੀ ਲਾਈਫ ਦੀ ਗੱਲ ਕਰ ਲਈਏ, ਸਾਡੇ ਵਿਆਹ ਦੀ ਗੱਲ ਕਰ ਲਈਏ, ਕਾਰੋਬਾਰ ਦੀ ਗੱਲ ਕਰ ਲਈਏ ਜਾਂ ਬੱਚਿਆਂ ਦੀ ਗੱਲ ਕਰ ਲਈਏ, ਕਿ ਇਹਨਾਂ ਦੇ ਵਿੱਚ ਵੀ ਸੂਰਜ ਗ੍ਰਹਿ ਦਾ ਕੋਈ ਰੋਲ ਹੁੰਦਾ ਹੈ ਜਾਂ ਕੋਈ ਇੰਪੈਕਟ ਪੈਂਦਾ ਹੈ? ਜੇ ਸੂਰਜ ਦਾ ਹਰ ਇੱਕ ਚੀਜ਼ ਤੇ ਇੰਪੈਕਟ ਪੈਂਦਾ ਹੈ। ਅਗਰ ਅਸੀਂ ਪਹਿਲੇ ਭਾਵ ਦੀ ਗੱਲ ਕਰਦੇ ਹਾਂ, ਲਗਨ ਭਾਵ, ਹੁਣ ਲਗਨ ਭਾਵ ਦੇ ਵਿੱਚ ਜਦੋਂ ਕਿਸੇ ਦਾ ਸੂਰਜ ਹੁੰਦਾ ਹੈ ਤਾਂ ਬੰਦੇ ਦਾ ਤੇਜ ਬੜਾ ਮਤਲਬ ਚਮਕਣਾ ਫੇਸ ਐਦਾਂ ਦਾ ਹੋ ਜਾਂਦਾ, ਤੇਜਵਾਨ ਇਨਸਾਨ ਜਿਨ੍ਹਾਂ ਦਾ ਚਿਹਰਾ ਦੇਖਦੇ ਨੇ ਕਹਿੰਦੇ ਨੇ ਸੂਰਜ ਦੀ ਤਰ੍ਹਾਂ ਭਖਦਾ ਹੋਇਆ ਚਿਹਰਾ, ਲਾਲਿਮਾ ਦੇ ਵਿੱਚ ਚਿਹਰਾ, ਲਾਲਿਮਾ ਦੇ ਵਿੱਚ ਵੀ ਰੂਬੀ ਕਲਰ ਯਾਨੀ ਕਿ ਗੁਲਾਬੀ ਚਿਹਰਾ ਜਿਨ੍ਹਾਂ ਦਾ ਹੁੰਦਾ ਹੈ ਤੇ ਸੂਰਜ ਲਗਨ ਦੇ ਵਿੱਚ ਹੋਵੇ, ਐਸੇ ਬੰਦੇ ਦੇ ਚਿਹਰੇ ਦਾ ਰੋਬ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਵੀ ਇਨਸਾਨ ਉਸ ਦਾ ਸਿੱਧਾ ਸਾਹਮਣਾ ਨਹੀਂ ਕਰ ਸਕਦਾ, ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹਿੰਦਾ ਹੈ ਜਾਂ ਉਸ ਨੂੰ ਦੇਖਦਿਆਂ ਹੀ ਕੋਈ ਵੀ ਗੱਲ ਜਿਹੜੀ ਆ ਸਾਨੂੰ ਯਾਦ ਨਹੀਂ ਆਉਂਦੀ, ਭੁੱਲ ਜਾਂਦੇ ਹਾਂ। ਤੁਸੀਂ ਆਪ ਵੀ ਕਈ ਵਾਰੀ ਐਸੇ ਇਨਸਾਨਾਂ ਦੇ ਸਾਹਮਣੇ ਆਏ ਹੋਵੋਗੇ ਕਿ ਜਿਨ੍ਹਾਂ ਨੂੰ ਵੇਖਦਿਆਂ ਸਾਰ ਬੰਦਾ ਉਹਨਾਂ ਨੂੰ ਵੇਖਦਾ ਹੀ ਰਹਿ ਜਾਂਦਾ ਹੈ। ਤੇ ਇਹ ਜਿਹੜਾ ਸੂਰਜ ਉੱਚ ਦਾ ਹੋਵੇ ਔਰ ਲਗਨ ਦੇ ਵਿੱਚ ਹੋਵੇ ਔਰ ਮੇਸ਼ ਰਾਸ਼ੀ ਦਾ ਹੋਵੇ ਤੇ ਐਸਾ ਇਨਸਾਨਾਂ ਦੇ ਨਾਲ ਹੁੰਦਾ। ਫਿਰ ਦੂਸਰਾ ਲਗਨ ਆ ਜਾਂਦਾ ਬ੍ਰਿਖ। ਹੁਣ ਬ੍ਰਿਖ ਲਗਨ ਦੇ ਵਿੱਚ ਸੂਰਜ ਉੱਚ ਦਾ ਫਲ ਨਹੀਂ ਦੇ ਸਕਦਾ। ਉਹਦਾ ਕਾਰਨ ਕੀ ਹੈਗਾ ਕਿ ਮਿੱਟੀ ਦੀ ਜਿਹੜੀ ਧੂਲ ਦੇ ਜਦ ਤੁਸੀਂ ਦੇਖੋ ਕਿ ਇੱਕ ਗਹਿਰ ਜਦੋਂ ਪੈਦਾ ਹੋਈ ਹੁੰਦੀ ਹੈ ਤਾਂ ਸੂਰਜ ਦੀ ਚਮਕ ਜਿਹੜੀ ਉਹ ਮੱਧਮ ਹੁੰਦੀ ਹੈ। ਜਿੱਦਾਂ ਵਿਸਾਖ ਮਹੀਨੇ 'ਚ ਸੂਰਜ ਨੂੰ ਅਸੀਂ ਉੱਚ ਦਾ ਮੰਨਦੇ ਹਾਂ ਤੇ ਵਿਸਾਖ ਮਹੀਨੇ ਦੇ ਵਿੱਚ ਸੂਰਜ ਜਿਹੜਾ ਹੈਗਾ ਵਾ ਉਹ ਖਿੜਿਆ ਲੱਗਦਾ। ਵਿਸਾਖ ਦੀ ਧੁੱਪ ਜਿਹੜੀ ਆ ਉਹ ਬੜੀ ਖਿੜੀ ਜੀ ਲੱਗਦੀ ਹੈ, ਲੇਕਿਨ ਜਦੋਂ ਉਸ ਤੋਂ ਬਾਅਦ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਮੇਖ ਰਾਸ਼ੀ ਤੋਂ ਲੈ ਕੇ ਸੈਕਿੰਡ ਰਾਸ਼ੀ ਦੇ ਵਿੱਚ ਬ੍ਰਿਖ ਰਾਸ਼ੀ ਦੇ ਵਿੱਚ ਜਾਂ ਬ੍ਰਿਖ ਲਗਨ ਦੇ ਵਿੱਚ ਜਦੋਂ ਸੂਰਜ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਸ ਟਾਈਮ ਤੁਸੀਂ ਦੇਖੋ ਕਿ ਇੱਕ ਗਹਿਰ ਜੀ ਆਸਮਾਨ ਦੇ ਉੱਤੇ ਚੜੀ ਹੁੰਦੀ ਹੈ। ਜਦੋਂ ਆਪਾਂ ਮਾਹੌਲ ਨੂੰ ਮੌਸਮ ਨੂੰ ਦੇਖਦੇ ਹਾਂ, ਧੂਏਂ ਦਾ ਗੁਬਾਰ ਕਹਿ ਲਓ ਜਾਂ ਕਣਕਾਂ ਦੀ ਕਟਾਈ ਹੋ ਕੇ ਫਸਲਾਂ ਦੀ ਕਟਾਈ ਤੋਂ ਬਾਅਦ ਅੱਗ ਲਾਈ ਜਾਂਦੀ ਹੈ ਜਾਂ ਉਸ ਦੀ ਫਸਲ ਨੂੰ ਜਦੋਂ ਕੱਟਿਆ ਜਾਂਦਾ ਹੈ ਤਾਂ ਉਸ ਟਾਈਮ ਦੇ ਵਿੱਚ ਇੱਕ ਆਸਮਾਨ ਦੇ ਵਿੱਚ ਅਲੱਗ ਜੀ ਗਹਿਰ ਹੁੰਦੀ, ਧੁੰਦਲਾਪਨ ਹੁੰਦਾ। ਇਹ ਧੁੰਦਲਾਪਨ ਜਦੋਂ ਵੀ ਬ੍ਰਿਖ ਰਾਸ਼ੀ ਦੇ ਵਿੱਚ ਸੂਰਜ ਹੁੰਦਾ ਹੈ ਤਾਂ ਉਸ ਟਾਈਮ ਦੇ ਵਿੱਚ ਇਹ ਸਮਾਜਿਕ ਤੌਰ ਦੇ ਉੱਤੇ ਤੇ ਇਨਸਾਨ ਦੀ ਖੁਦ ਦੀ ਰਾਸ਼ੀ ਦੇ ਵਿੱਚ ਜਿਨ੍ਹਾਂ ਦੇ ਵੀ ਦੂਸਰੇ ਨੰਬਰ ਦੀ ਰਾਸ਼ੀ ਜਾਂ ਦੂਸਰੇ ਨੰਬਰ ਦਾ ਲਗਨ ਹੈਗਾ ਉਸ ਦੇ ਵਿੱਚ ਇਸ ਦਾ ਪ੍ਰਭਾਵ ਜਿਹੜਾ ਸਾਫ਼ ਦੇਖਣ ਨੂੰ ਮਿਲਦਾ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਕਦੀ ਵੀ ਸਪਸ਼ਟ ਨਹੀਂ ਹੁੰਦਾ। ਜੀ ਸਪਸ਼ਟ ਨਹੀਂ ਹੁੰਦਾ, ਉਹ ਹਮੇਸ਼ਾ ਇੱਕ ਧੁੰਦਲੇਪਨ ਦੇ ਵਿੱਚ ਜੀਵਨ ਨੂੰ ਜੀਂਦੇ ਨੇ। ਇਸੇ ਕਰਕੇ ਬ੍ਰਿਖ ਲਗਨ ਹੋਵੇ ਔਰ ਸੂਰਜ ਲਗਨ ਦੇ ਵਿੱਚ ਬੈਠਾ ਹੋਵੇ ਤੇ ਐਸੇ ਇਨਸਾਨ ਜਿਹੜੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ। ਮਤਲਬ ਹਰ ਚੀਜ਼ ਦੇ ਵਿੱਚ ਡਿਸੀਜਨ ਮੇਕਰ ਨਹੀਂ ਹੁੰਦੇ ਜਾਂ ਕੁਝ ਇਸ ਤਰੀਕੇ ਕੁਛ ਨਾ ਕੁਛ ਉਹਨਾਂ ਨੂੰ ਕਮੀਆਂ ਰਹਿੰਦੀਆਂ, ਖਾਸ ਕਰਕੇ ਉਹ ਆਪਣੇ ਪਤਨੀ ਜਿਹੜਾ ਆਪਣਾ ਪਾਰਟਨਰਸ਼ਿਪ ਹੈਗੀ ਆ ਯਾਨੀ ਕਿ ਜੀਵਨ ਸਾਥੀ ਤੋਂ ਉਸ ਨੂੰ ਕਦੀ ਵੀ ਕੋਈ ਕਲੈਰਿਟੀ ਨਹੀਂ ਆਉਂਦੀ। ਉਸ ਦਾ ਜੀਵਨ ਸਾਥੀ ਜਿਹੜਾ ਹੈ ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਤੋਂ ਉਸ ਦੇ ਨਾਲ ਨਾਰਾਜ਼ ਰਹਿੰਦਾ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਉਸ ਦੀ ਸਿਹਤ ਖਰਾਬ ਰਹਿੰਦੀ ਹੈ। ਉਹ ਕਿਸੇ ਵੀ ਤਰ੍ਹਾਂ ਕਾਮਯਾਬ ਇਨਸਾਨਾਂ ਦੇ ਵਿੱਚ ਨਹੀਂ ਹੁੰਦਾ ਤੇ ਇਸ ਕਰਕੇ ਸੈਕਿੰਡ ਜਿਹੜਾ ਲਗਨ ਹੈ, ਬ੍ਰਿਖ ਲਗਨ ਹੈ, ਉਸ ਦੇ ਵਿੱਚ ਸੂਰਜ ਜਿਹੜਾ ਹੈ ਉਸ ਦਾ ਫਲ ਬਹੁਤ ਜ਼ਿਆਦਾ ਵਧੀਆ ਨਹੀਂ ਮਿਲਦਾ। ਤੁਸੀਂ ਕਿਹਾ ਫਲ ਵਧੀਆ ਨਹੀਂ ਮਿਲਦਾ, ਆਮ ਤੌਰ ਦੇ ਉੱਤੇ ਜਿਵੇਂ ਤੁਸੀਂ ਉੱਚ ਦੇ ਸੂਰਜ ਦੀ ਗੱਲ ਕੀਤੀ ਕਿ ਸਭ ਕੁਝ ਦੇਵੇ ਉੱਚ ਦਾ ਸੂਰਜ, ਕੀ ਏਦਾਂ ਵੀ ਹੁੰਦਾ ਕਿ ਕਿਸੇ ਰਾਸ਼ੀ ਦੇ ਉੱਤੇ ਚਾਹੇ ਸੂਰਜ ਤੁਹਾਡਾ ਮੇਨ ਉਹਦੇ ਵਿੱਚ ਆ ਕੇ ਬੈਠਦਾ ਆ ਤਾਂ ਵੀ ਕਿਤੇ ਨਾ ਕਿਤੇ ਤੁਹਾਡਾ ਮਾੜਾ ਕਰ ਸਕਦਾ ਆ? ਇਸ ਦੇ ਉੱਪਰ ਬਹੁਤ ਸਾਰੇ ਫੈਕਟਰ ਜਿਹੜੇ ਨੇ ਉਹ ਕੰਮ ਕਰਦੇ ਨੇ। ਹੁਣ ਜਿਸ ਤਰ੍ਹਾਂ ਕਿ ਅਗਰ ਸੂਰਜ ਦੇ ਉੱਪਰ ਕਿਸੇ ਨੀਚ ਗ੍ਰਹਿ ਦੀ ਦ੍ਰਿਸ਼ਟੀ ਹੋਵੇ ਜਾਂ ਲਗਨ ਦਾ ਸੂਰਜ ਜਿਹੜਾ ਹੈ ਉਹ ਮੇਸ਼ ਰਾਸ਼ੀ ਦਾ ਉੱਚ ਦਾ ਹੋਵੇ ਲੇਕਿਨ ਗਲਤ ਭਾਵ ਦੇ ਵਿੱਚ ਆ ਕੇ ਬੈਠ ਜਾਵੇ। ਹੁਣ ਇੱਥੇ ਭਾਵ ਤੋਂ ਮਤਲਬ ਇਹ ਹੈਗਾ ਕਿ ਮੰਨ ਲਓ ਕਿਸੇ ਦਾ ਲਗਨ ਜਿਹੜਾ ਹੈਗਾ ਵਾ ਉਹ ਆ ਜਾਂਦਾ ਤੁਲਾ
ਔਰ ਸੂਰਜ ਬੈਠਾ ਮੇਖ ਰਾਸ਼ੀ ਦੇ ਵਿੱਚ। ਤੇ ਲੇਕਿਨ ਕੀ ਹੈਗਾ ਕਿ ਅਗਰ ਅਸੀਂ 7 ਨੰਬਰ ਦੀ ਰਾਸ਼ੀ ਨੂੰ ਦੇਖਦੇ ਹੋਏ 7ਵੇਂ ਭਾਵ ਦੇ ਵਿੱਚ ਜਾਂਦੇ ਹਾਂ ਤਾਂ 7ਵਾਂ ਭਾਵ ਤੁਲਾ ਦੀ ਰਾਸ਼ੀ ਹੈਗੀ ਆ, ਆਪਣੀ ਖੁਦ ਸ਼ੁਕਰ ਦੀ ਰਾਸ਼ੀ ਹੈਗੀ ਆ। ਤੁਲਾ ਰਾਸ਼ੀ ਦਾ ਉਹ ਸਥਾਨ ਹੈਗਾ ਵਾ, ਉਸ ਦੇ ਵਿੱਚ ਸੂਰਜ ਚਾਹੇ ਉਹ ਮੇਸ਼ ਦਾ ਵੀ ਹੋਵੇ ਉਹ ਤਾਂ ਵੀ ਜਿਹੜਾ ਹੈ ਉੱਥੇ ਗੜਬੜ ਕਰੇਗਾ। ਉੱਚ ਦੀ ਜਿਹੜੀ ਚੀਜ਼ ਹੈਗੀ ਆ ਉਹ ਵੀ ਕਦੀ ਕਦੀ ਨੁਕਸਾਨ ਕਰ ਜਾਂਦੀ ਹੈ। ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵਾ, ਹੁਣ ਕਹਿੰਦੇ ਨੇ ਕਿ ਅੰਮ੍ਰਿਤ ਵੀ ਜ਼ਰੂਰਤ ਤੋਂ ਜ਼ਿਆਦਾ ਸਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕਿ ਡੋਜ਼ ਜਿਹੜੀ ਇੱਕ ਕਿਸੇ ਵੀ ਚੀਜ਼ ਦੀ ਇੱਕ ਖੁਰਾਕ ਜਾਂ ਡੋਜ਼ ਤੈਅ ਕੀਤੀ ਗਈ ਹੈ ਕਿ ਉਸ ਨੂੰ ਕਿੰਨੇ mg ਦੇ ਵਿੱਚ ਲੈਣਾ ਹੈ, ਅਗਰ ਉਸ ਨੂੰ ਵੱਧ ਰੂਪ ਦੇ ਵਿੱਚ ਵੀ ਕਿਸੇ ਨੂੰ ਮਿਲ ਜਾਵੇ ਤਾਂ ਉਹ ਨੁਕਸਾਨ ਕਰਦੀ ਹੈ। ਆਪਾਂ ਜਿਵੇਂ ਗੱਲ ਕਰੀ ਸੀ ਤੁਸੀਂ ਬ੍ਰਿਸ਼ ਰਾਸ਼ੀ ਦੇ ਬਾਰੇ ਵਿੱਚ ਦੱਸਿਆ ਸੀਗਾ ਕਿ ਵੀ ਹਰੇਕ ਲਈ ਇਹ ਫਲਦਾਇਕ ਨਹੀਂ ਹੋ ਸਕਦੀ, ਥੋੜੀ ਕਲੈਰਿਟੀ ਜਿਹੜੀ ਆ ਉਹ ਨਹੀਂ ਰਹਿੰਦੀ ਹੈਗੀ ਲਾਈਫ ਦੇ ਵਿੱਚ। ਇਸ ਤੋਂ ਬਾਅਦ ਦੀ ਗੱਲ ਕਰੀਏ ਜੀ, ਹੁਣ ਆਪਾਂ ਇੱਥੇ ਗੱਲ ਕਰਾਂਗੇ ਮਿਥੁਨ ਲਗਨ ਦੇ ਵਿੱਚ। ਜਦੋਂ ਮਿਥੁਨ ਲਗਨ ਦਾ ਸੂਰਜ ਜਿਹੜਾ ਹੁੰਦਾ, ਮਿਥੁਨ ਰਾਸ਼ੀ ਦਾ ਸੂਰਜ ਲਗਨ ਭਾਵ ਦੇ ਵਿੱਚ ਆ ਕੇ ਬੈਠ ਜਾਂਦਾ ਹੈ ਤੇ ਇਹ ਬੁੱਧ ਦੀ ਰਾਸ਼ੀ ਹੈ। ਇੱਥੇ ਜਦੋਂ ਜੇਤ ਨਾਲ ਬੁੱਧ ਬੈਠ ਜਾਵੇ, ਕਿਉਂਕਿ ਇੱਥੇ ਇੱਕ ਬੜੀ ਖਾਸ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਬੁੱਧ ਹੈ ਸੂਰਜ ਤੋਂ ਇੱਕ ਘਰ ਅੱਗੇ ਜਾਂ ਇੱਕ ਘਰ ਪਿੱਛੇ ਚੱਲਦਾ ਹੈ। ਸੂਰਜ ਅਤੇ ਬੁੱਧ ਦੀ ਯੁਤੀ ਜਿਹੜੀ ਹੈ ਉਹ 80% ਕੁੰਡਲੀਆਂ ਦੇ ਵਿੱਚ ਬਣੀ ਹੀ ਰਹਿੰਦੀ ਹੈ। ਉਹ ਇਕੱਠੇ ਹੀ ਰਹਿੰਦੇ ਨੇ, ਇਕੱਠੇ ਹੀ ਵਿਚਰਨ ਕਰਦੇ। 20% ਜਿਹੜਾ ਹੈ ਉਹ ਕਈ ਵਾਰੀ ਅੱਗੇ ਜਾਂ ਪਿੱਛੇ ਆ ਜਾਂਦਾ ਹੈ। ਸਿਰਫ ਇੱਕ ਪੀਰੀਅਡ ਐਸਾ ਹੁੰਦਾ ਹੈ ਜਿਸ ਦੇ ਵਿੱਚ ਸੂਰਜ ਨੂੰ ਅਸੀਂ ਪਰਮ ਉੱਚ ਕਹਿੰਦੇ ਹਾਂ। ਕਦੀ ਵੀ ਅੱਜ ਤੱਕ ਅਸੀਂ ਮਿਥੁਨ ਰਾਸ਼ੀ ਜਾਂ ਮਿਥੁਨ ਲਗਨ ਦੇ ਵਿੱਚ ਸੂਰਜ ਬੁੱਧ ਇਕੱਠੇ ਕਦੀ ਵੀ ਨਹੀਂ ਵੇਖੇ। ਇਹ ਇੱਕ ਰਿਕਾਰਡ ਆ ਕਿ ਸੂਰਜ ਬੁੱਧ ਦੇ ਨਾਲ ਕਦੀ ਵੀ ਮੇਸ਼ ਰਾਸ਼ੀ 'ਚ ਨਹੀਂ ਆਉਂਦਾ, ਉੱਥੇ ਇੰਡੀਪੈਂਡੈਂਟ ਹੋ ਜਾਂਦਾ ਹੈ, ਉਸ ਦੀ ਸਾਰੀ ਪਾਵਰ ਆਪਣੀ ਹੋ ਜਾਂਦੀ ਹੈ। ਲੇਕਿਨ ਅਸੀਂ ਗੱਲ ਕਰਦੇ ਮਿਥੁਨ ਰਾਸ਼ੀ ਜਿਹੜੀ ਕਿ ਬੁੱਧ ਦੀ ਰਾਸ਼ੀ ਹੈ। ਇੱਥੇ ਬੁੱਧ ਦੀ ਰਾਸ਼ੀ ਦੇ ਵਿੱਚ ਇਕੱਲਾ ਬੈਠਾ ਹੋਇਆ ਸੂਰਜ ਵੀ ਬੁੱਧ ਦਾ ਇਫੈਕਟ ਲੈ ਕੇ ਚੱਲੂਗਾ, ਲੇਕਿਨ ਇੱਥੇ ਇੱਕ ਯੋਗ ਵੀ ਪੈਦਾ ਕਰਦਾ ਹੈ ਜਿਸ ਨੂੰ ਅਸੀਂ ਅਦਿੱਤਯ ਯੋਗ ਕਰਦੇ ਹਾਂ। ਸੂਰਯ ਅਦਿੱਤਯ ਯੋਗ ਜਾਂ ਬੁੱਧ ਅਦਿੱਤਯ ਯੋਗ ਦੇ ਨਾਲ ਅਸੀਂ ਇਸ ਨੂੰ ਜਾਣਦੇ ਹਾਂ। ਜਦੋਂ ਅਸੀਂ ਸੂਰਜ ਨੂੰ ਬੁੱਧ ਅਦਿੱਤਯ ਯੋਗ ਦੇ ਨਾਲ ਮੰਨਦੇ ਹਾਂ ਤਾਂ ਐਸਾ ਸੂਰਜ ਜਿਹੜਾ ਹੈ ਉਹ ਸਾਨੂੰ ਰਾਜਿਆਂ ਦੀ ਤਰ੍ਹਾਂ ਬਣਾ ਦਿੰਦਾ ਹੈ, ਦਾਨਵੀਰ ਬਣਾ ਦਿੰਦਾ ਹੈ। ਸਾਡੀ ਬੁੱਧੀ ਜਿਹੜੀ ਹੈ ਉਹ ਤੀਖਣ ਹੋ ਜਾਂਦੀ ਹੈ, ਹਰ ਕੰਮ ਨੂੰ ਕਰਨ ਦੀ ਸਾਡੇ 'ਚ ਸਮਰੱਥਾ ਆ ਜਾਂਦੀ ਹੈ। ਤੁਸੀਂ ਆਪਣੇ ਸਮਾਜ ਦੇ ਵਿੱਚ ਚਲਦੇ ਹੋਏ ਕਦੀ ਐਸੇ ਲੋਕਾਂ ਨੂੰ ਵੀ ਮਿਲੇ ਹੋਵੋਗੇ ਕਿ ਬਾਜ਼ਾਰ ਨਾਲੋਂ ਚੀਜ਼ ਮਹਿੰਗੀ ਵੇਚਦਾ ਲੇਕਿਨ ਉਸ ਦੀ ਚੀਜ਼ ਵਿਕਦੀ ਹੈ। ਚੀਜ਼ ਦੀ ਕੁਆਲਿਟੀ ਜਿੱਦਾਂ ਦੀ ਮਰਜ਼ੀ ਹੋਵੇ, ਲੇਕਿਨ ਬੰਦਾ ਜੇ ਕਿਸੇ ਨੂੰ ਕੋਈ ਚੀਜ਼ ਉਹ ਕਹਿ ਦਿੰਦਾ ਤਾਂ ਮਹਿੰਗੀ ਵੀ ਉਸ ਤੋਂ ਖਰੀਦ ਕੇ ਲੈ ਜਾਂਦੇ ਆ। ਇਹ ਜਦੋਂ ਵੀ ਐਸੇ ਮਿਥੁਨ ਰਾਸ਼ੀ ਦੇ ਵਿੱਚ ਜਦੋਂ ਸੂਰਜ ਦਾ ਪ੍ਰਭਾਵ ਚੰਗਾ ਆਉਂਦਾ ਹੈ ਤਾਂ ਉਸ ਟਾਈਮ ਦੇ ਵਿੱਚ ਐਸੀ ਇਹ ਬੰਦੇ ਦੇ ਅੰਦਰ ਇੱਕ ਕਸ਼ਿਸ਼ ਪੈਦਾ ਕਰ ਦਿੰਦੇ ਨੇ ਜਾਂ ਸਪਸ਼ਟਵਾਦੀ ਹੋ ਜਾਂਦਾ ਹੈ ਇਨਸਾਨ ਕਿ ਹਰ ਗੱਲ ਸਪਸ਼ਟ ਕਹਿ ਦੇਣੀ। ਤੇ ਕਈ ਵਾਰੀ ਲੋਕੀ ਜਿਹੜੇ ਨੇ, ਬਹੁਤ ਗਿਣਤੀ ਲੋਕ ਐਸੇ ਵੇ ਨੇ ਜਿਹੜੇ ਕਿ ਇਸ ਗੱਲ ਦੇ ਉੱਤੇ ਮਾਨਤਾ ਪ੍ਰਾਪਤ ਕਰ ਲੈਂਦੇ ਜਾਂ ਮੰਨ ਲੈਂਦੇ ਨੇ ਇਸ ਗੱਲ ਨੂੰ ਕਿ ਫਲਾਣਾ ਬੰਦਾ ਜੀ ਮੂੰਹ ਦਾ ਕੌੜਾ ਲੇਕਿਨ ਕੰਮ ਬੜਾ ਵਧੀਆ ਕਰਦਾ। ਤੇ ਇਹ ਜਿਹੜੇ ਮਿਥੁਨ ਦੇ ਵਿੱਚ ਰਾਸ਼ੀ 'ਚ ਜਦੋਂ ਵੀ ਸੂਰਜ ਆਵੇਗਾ ਤਾਂ ਉਸ ਟਾਈਮ ਦੇ ਵਿੱਚ ਇਸ ਨੂੰ ਨਾ ਉੱਚ ਦਾ ਮੰਨਿਆ ਜਾਵੇਗਾ ਨਾ ਨੀਚ ਦਾ ਮੰਨਿਆ ਜਾਵੇਗਾ, ਇਸ ਨੂੰ ਸਮ ਮੰਨਿਆ ਜਾਵੇਗਾ, ਕਿਉਂਕਿ ਜਿਹੜਾ ਬੁੱਧ ਹੈ ਉਸ ਦੇ ਨਾਲ ਉਸ ਦੀ ਕੋਈ ਦੁਸ਼ਮਣੀ ਨਹੀਂ। ਮਤਲਬ ਸਮ ਦੇ ਵਿੱਚ ਵੀ ਜਿਹੜੇ ਤੁਹਾਨੂੰ ਜਿਹੜੇ ਇਹਦੇ ਮਿਲਣਗੇ ਬੈਨੀਫਿਟਸ ਮਿਲਣਗੇ ਉਹ ਸਾਰੇ ਉੱਚ ਵਾਲੇ ਮਿਲਣਗੇ। ਜਿੱਦਾਂ ਕਹਿੰਦੇ ਨੇ ਕਿ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਇੱਕ ਮੱਧਮ 'ਚ ਆ ਜਾਂਦੇ, ਪੈਰਾਮੀਟਰ ਜਦੋਂ ਆਪਾਂ ਪੂਰੇ ਕਰ ਦਿੰਦੇ ਆ ਤਾਂ ਉਸ ਟਾਈਮ ਦੇ ਵਿੱਚ ਇੱਕ ਬਜ਼ਰ ਵੱਜ ਜਾਂਦਾ ਹੈ। ਉਸੇ ਹੀ ਤਰ੍ਹਾਂ ਜਦੋਂ ਮਿਥੁਨ ਲਗਨ ਦੇ ਮੁਤਾਬਕ ਸੂਰਜ ਲਗਨ ਦੇ ਵਿੱਚ ਆਉਂਦਾ ਹੈ ਜਾਂ ਪਹਿਲੇ ਭਾਵ ਦੇ ਵਿੱਚ ਆ ਕੇ ਬੈਠ ਜਾਂਦਾ ਹੈ ਤਾਂ ਉਸ ਟਾਈਮ ਦੇ ਵਿੱਚ ਇਨਸਾਨ ਜਿਹੜਾ ਹੈ ਇੱਕ ਬੈਲੈਂਸ ਪੈਦਾ ਕਰ ਲੈਂਦਾ ਹੈ। ਤੇ ਐਸੇ ਇਨਸਾਨ ਹਰ ਪਾਸੇ, ਤੁਸੀਂ ਕਈ ਐਸੇ ਇਨਸਾਨਾਂ ਨੂੰ ਵੀ ਜਾਣਦੇ ਹੋਵੋਗੇ ਕਿ ਉਹਨਾਂ ਦਾ ਆਪਣੇ ਘਰ ਦੇ ਵਿੱਚ ਇੱਕ ਬੜਾ ਅੱਛਾ ਰੁਤਬਾ ਹੁੰਦਾ ਹੈ, ਵੱਡੇ ਛੋਟੇ ਉਸ ਤੋਂ ਡਰਦੇ ਨੇ, ਹਾਲਾਂਕਿ ਉਹ ਇਨਸਾਨ ਬੜਾ ਹੀ ਮਤਲਬ ਕੋਮਲ ਸੁਭਾਅ ਦਾ ਹੁੰਦਾ ਹੈ, ਪਰ ਉਸ ਦੇ ਮੂੰਹ ਚੋਂ ਨਿਕਲੀ ਹੋਈ ਗੱਲ ਨੂੰ ਕੱਟਣ ਦੀ ਹਿੰਮਤ ਕਿਸੇ ਨੂੰ ਨਹੀਂ ਹੁੰਦੀ। ਜਦੋਂ ਮਿਥੁਨ ਰਾਸ਼ੀ ਦੇ ਵਿੱਚ ਇਸ ਤਰ੍ਹਾਂ ਸੂਰਜ ਦਾ ਪ੍ਰਭਾਵ ਆਵੇ ਤਾਂ ਹਮੇਸ਼ਾ ਹੀ ਐਸੀ ਇਨਸਾਨ ਦੀ ਘਰ ਅਤੇ ਬਾਹਰ ਸੁਣਵਾਈ ਪੂਰੀ ਹੁੰਦੀ ਹੈ। ਜੀ, ਸੋ ਮਿਥੁਨ ਤੋਂ ਬਾਅਦ ਅਗਲੀ ਆਪਾਂ ਗੱਲ ਕਿਹਦੀ ਕਰ ਰਹੇ ਹਾਂ? ਕਰਕ ਰਾਸ਼ੀ। ਕਰਕ ਰਾਸ਼ੀ ਜੀ, ਕਰਕ ਰਾਸ਼ੀ ਔਰ ਕਰਕ ਲਗਨ। ਓਕੇ, ਜਦੋਂ ਅਸੀਂ ਕਰਕ ਰਾਸ਼ੀ ਔਰ ਕਰਕ ਲਗਨ ਦੀ ਗੱਲ ਕਰਾਂਗੇ
ਤਾਂ ਉਸ ਤੋਂ ਬਾਅਦ ਸਾਨੂੰ ਜਿਹੜਾ ਜਦੋਂ ਚੌਥਾ ਭਾਵ ਜਿਹੜਾ ਹੈਗਾ ਉਸ ਦੇ ਮੁਤਾਬਕ ਆਪਾਂ ਇੱਥੇ ਗੱਲ ਜਿਹੜੀ ਹਜੇ ਕੱਲੀ ਰਾਸ਼ੀ ਦੀ ਨਹੀਂ ਕਰਨ ਜਾ ਰਹੇ, ਅਸੀਂ ਇੱਥੇ ਕਿਹੜੇ ਲਗਨ ਦੇ ਵਿੱਚ ਸੂਰਜ ਹੈਗਾ, ਇਹ ਲਗਨ ਦਾ ਹੈਗਾ। ਰਾਸ਼ੀ ਇਸ ਕਰਕੇ ਉਸ ਨੂੰ ਜੋੜ ਲਈ ਜਾਂਦੀ ਹੈ ਕਿਉਂਕਿ ਜੇ ਮੰਨ ਲਓ ਵੀ ਮਿਥੁਨ ਲਗਨ ਹੈਗਾ ਜਾਂ ਕਰਕ ਲਗਨ ਹੈਗਾ, ਲਗਨ ਜਦੋਂ ਪਹਿਲੇ ਭਾਵ 'ਚ ਸੂਰਜ ਆਵੇ ਤੇ ਉਸ ਨੂੰ ਅਸੀਂ ਕਰਕ ਜਿਹੜੀ ਰਾਸ਼ੀ ਦਾ ਸੂਰਜ ਮੰਨਾਂਗੇ, ਤੇ ਇਸ ਕਰਕੇ ਕਰਕ ਲਗਨ ਦੇ ਵਿੱਚ ਸੂਰਜ ਨੂੰ ਸਥਾਪਿਤ ਮੰਨਿਆ ਜਾਂਦਾ ਹੈ। ਤੇ ਕਰਕ ਲਗਨ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਰਕ ਜਿਹੜਾ ਹੈਗਾ ਉਹ ਸਾਡੇ ਮਨ ਦਾ ਕਾਰਕ ਹੈਗਾ। ਜਿਸ ਤਰ੍ਹਾਂ ਕਿ ਸੂਰਜ ਆਤਮਾ ਦਾ ਕਾਰਕ ਹੈ ਔਰ ਚੰਦਰਮਾ ਜਿਹੜਾ ਹੈਗਾ ਉਹ ਮਨ ਦਾ ਕਾਰਕ ਹੈ। ਕਰਕ ਲਗਨ ਦੇ ਵਿੱਚ ਇਨਸਾਨ ਜਦੋਂ ਵੀ ਸੂਰਜ ਲੈ ਕੇ ਪੈਦਾ ਹੁੰਦਾ ਹੈ ਤੇ ਐਸੇ ਇਨਸਾਨ ਦਾ ਸੁਭਾਅ, ਐਸੇ ਇਨਸਾਨ ਦਾ ਜਿਹੜਾ ਆਚਰਣ ਜਿਹੜਾ ਹੈਗਾ ਉਹ ਮਮਤਾਮय ਹੋ ਜਾਂਦਾ ਹੈ। ਮਾਤਾ ਔਰ ਪਿਤਾ ਜਦੋਂ ਰਲ ਕੇ ਕਿਸੇ ਬੱਚੇ ਨੂੰ ਸੰਭਾਲਣ ਲੱਗ ਜਾਂਦੇ ਨੇ, ਮਾਤਾ ਵੀ ਪਿਆਰ ਕਰਨ ਵਾਲੀ ਹੋਵੇ ਔਰ ਪਿਤਾ ਵੀ ਪਿਆਰ ਕਰਨ ਵਾਲਾ ਹੋਵੇ, ਤੇ ਐਸੇ ਇਨਸਾਨ ਦਾ ਜੀਵਨ ਫਿਰ ਕਿਹੋ ਜਿਹਾ ਹੁੰਦਾ ਹੈ? ਕਹਿੰਦੇ ਨੇ ਫੁੱਲਾਂ ਵਾਂਗੂ ਪਾਲਿਆ, ਲਾਡਾਂ ਨਾਲ ਪਾਲਿਆ ਹੋਇਆ ਬੱਚਾ। ਕਰਕ ਲਗਨ ਦੇ ਵਿੱਚ ਸੂਰਜ ਜਿਹੜਾ ਹੈਗਾ ਉਹ ਇਨਸਾਨ ਨੂੰ ਲਾਡਾਂ ਨਾਲ ਪਾਲੀ ਹੋਈ ਜ਼ਿੰਦਗੀ ਦਿੰਦਾ। ਤੁਸੀਂ ਬਹੁਤ ਸਾਰੇ ਐਸੇ ਇਨਸਾਨਾਂ ਨੂੰ ਜਾਣਦੇ ਹੋਣਗੇ, ਬੱਚੀਆਂ ਨੇ, ਬੱਚੇ ਨੇ, ਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਲਈ ਬਹੁਤ ਪੋਜੈਸਿਵ ਨੇ। ਨਿੱਕਾ ਜਿਹਾ ਕੰਡਾ ਵੀ ਉਹਨਾਂ ਨੂੰ ਲੱਗਣਾ ਬਰਦਾਸ਼ਤ ਨਹੀਂ ਕਰਦੇ। ਇਹ ਸਾਰਾ ਕੁਝ ਜਦੋਂ ਕਰਕ ਲਗਨ ਦੇ ਵਿੱਚ ਸੂਰਜ ਆਉਂਦਾ ਹੈ ਤਾਂ ਉਦੋਂ ਇਨਸਾਨ ਦਾ ਜੀਵਨ ਬੜਾ ਹੀ ਕੋਮਲ ਹੋ ਜਾਂਦਾ ਹੈ, ਸੰਭਾਲਿਆ ਹੋਇਆ ਜੀਵਨ ਹੋ ਜਾਂਦਾ ਹੈ। ਉਸ ਨੂੰ ਪ੍ਰੋਪਰ ਗਾਈਡੈਂਸ ਮਿਲਦੀ ਹੈ ਔਰ ਉਹ ਜੀਵਨ ਦੇ ਵਿੱਚ ਜੋ ਵੀ ਕਰਨਗੇ ਉਹ ਫਰੂਟਫੁਲ ਹੋਵੇਗਾ। ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੋਵੇਗਾ ਕਿ ਰਸਪੂਰਨ ਜੀਵਨ। ਹੁਣ ਰਸਪੂਰਨ ਜੀਵਨ ਦੇ ਬਾਰੇ ਅਸੀਂ ਗੱਲ ਇਸ ਤਰ੍ਹਾਂ ਕਰਦੇ ਹਾਂ ਕਿ ਕਿਸੇ ਦਾ ਸੂਰਜ ਕਿਸੇ ਨੂੰ ਜੌਬ ਦਿਲਾਉਂਦਾ ਹੈ। ਇੱਕ ਤਾਂ ਜੌਬ ਹੁੰਦੀ ਹੈ ਕਿ ਉਸ ਦੀ ਜੌਬ ਤੇ ਜਾਂਦਾ ਹੈ ਤੇ ਉਹ ਸਕੂਲ ਦੇ ਵਾਂਗੂ ਬੱਚਿਆਂ ਨੂੰ, ਜਿੱਦਾਂ ਛੋਟੇ ਬੱਚੇ ਸਕੂਲ ਜਾਣ ਤੋਂ ਟਲਦੇ ਨੇ ਤੇ ਕਈ ਲੋਕ ਜੌਬ ਤੇ ਜਾਣ ਤੋਂ ਵੀ ਟਲਦੇ ਨੇ, ਪਰ ਕਈ ਲੋਕ ਨੇ ਜੌਬ ਨੂੰ ਇੰਜੋਏ ਕਰਦੇ ਨੇ, ਘਰ ਰਹਿਣਾ ਪਸੰਦ ਨਹੀਂ ਕਰਦੇ, ਜੌਬ ਤੇ ਜਾਣਾ ਪਸੰਦ ਕਰਦੇ। ਔਰ ਜੌਬ ਤੇ ਜਾਂਦਿਆਂ ਵੀ ਉਹਨਾਂ ਲੋਕਾਂ ਨੂੰ ਹਰ ਜਗ੍ਹਾ ਸਲੂਟ ਵੱਜਦੇ ਨੇ ਤੇ ਹਰ ਲੋਕ ਉਸ ਦਾ ਸਤਿਕਾਰ ਕਰਦੇ ਨੇ। ਜਦੋਂ ਕਿਸੇ ਦਾ ਪਿੱਠ ਪਿੱਛੇ ਵੀ ਸਤਿਕਾਰ ਹੋਣ ਲੱਗ ਜਾਵੇ ਤਾਂ ਮੰਨ ਲਓ ਕਿ ਉਸ ਦਾ ਸੂਰਜ ਕਿਤੇ ਨਾ ਕਿਤੇ ਜਿਹੜਾ ਹੈ ਕਰਕ ਰਾਸ਼ੀ ਦਾ। ਜੀ ਬਿਲਕੁਲ। ਸੋ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਲੂਟ ਵੱਜਦੇ ਨੇ, ਸਭ ਕੁਝ ਵਧੀਆ ਹੁੰਦਾ ਹੈ, ਸੋ ਇਹ ਕਰਕ ਲਗਨ ਦਾ ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜਾ ਹੈ ਹੱਥ ਹੁੰਦਾ ਹੈ ਜੇ ਕਰਕ ਲਗਨ ਦੇ ਵਿੱਚ ਆ ਕੇ ਬੈਠਾ। ਜੀ ਬਿਲਕੁਲ, ਕਰਕ ਲਗਨ ਦਾ ਸੂਰਜ ਹੋਵੇ ਔਰ ਲਗਨ 'ਚ ਹੀ ਬੈਠਾ ਹੋਵੇ, ਕਰਕ ਰਾਸ਼ੀ ਦਾ ਸੂਰਜ ਲਗਨ 'ਚ ਬੈਠਾ ਹੋਵੇ। ਤੇ ਹੁਣ ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਸੂਰਜ ਦੀ ਆਪਣੀ ਰਾਸ਼ੀ, ਸਿੰਘ ਰਾਸ਼ੀ। ਹੁਣ ਇੱਥੇ ਬਹੁਤ ਸਾਰੇ ਲੋਕਾਂ ਦਾ ਇੱਕ ਮਤ ਹੋਵੇਗਾ ਕਿ ਆਪਣੀ ਰਾਸ਼ੀ 'ਚ ਸੂਰਜ ਬਹੁਤ ਉੱਚ ਦਾ ਹੋਵੇਗਾ, ਪਰ ਇੱਥੇ ਥੋੜਾ ਜਿਹਾ ਫਰਕ ਪੈ ਜਾਂਦਾ। ਕੋਈ ਵੀ ਇਨਸਾਨ ਆਪਣੇ ਘਰ ਦੇ ਵਿੱਚ ਸੂਟਡ ਬੂਟਡ ਹੋ ਕੇ ਨਹੀਂ ਬੈਠਦਾ, ਆਪਣੇ ਘਰ ਦੇ ਵਿੱਚ ਰਿਲੈਕਸ ਮੂਡ ਦੇ ਵਿੱਚ ਹੁੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਇਸ ਕਰਕੇ ਟਾਲ ਦਿੰਦਾ, ਚਲੋ ਕੱਲ ਕਰਾਂਗੇ। ਜੇ ਉਹਨੂੰ ਮਿਲਣ ਵੀ ਆ ਜਾਂਦਾ, ਬਹਿ ਜਾ ਘੰਟਾ ਹੋਰ ਸੋ ਲੈਣ ਦੇ, ਠਹਿਰ ਜਾ, ਹਜੇ ਰੈਸਟ ਕਰ ਲਈਏ। ਤੇ ਜਦੋਂ ਰੈਸਟ ਮੋਡ ਦੇ ਵਿੱਚ ਸੂਰਜ ਹੁੰਦਾ, ਲੇਕਿਨ ਸੂਰਜ ਜਦੋਂ ਵੀ ਸਿੰਘ ਲਗਨ ਦਾ ਹੋਵੇ ਔਰ ਲਗਨ ਦੇ ਵਿੱਚ ਹੀ ਬੈਠਾ ਹੋਵੇ, ਸਿੰਘ ਰਾਸ਼ੀ ਦਾ ਲਗਨ ਦੇ ਵਿੱਚ ਬੈਠਾ ਹੋਵੇ, ਤਾਂ ਉਸ ਟਾਈਮ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਐਸੇ ਲੋਕ ਜਿਹੜੇ ਨੇ ਉਹ ਲੀਡਰਾਂ ਦਾ ਤਰ੍ਹਾਂ ਵਿਵਹਾਰ ਕਰਦੇ ਨੇ, ਹਰ ਚੀਜ਼ 'ਚ ਲੀਡਰਸ਼ਿਪ ਚਾਹੁੰਦੇ ਨੇ। ਇਨਸਾਨ ਦੇ ਉੱਪਰ ਸੂਰਜ ਇਸ ਤਰ੍ਹਾਂ ਦਾ ਪ੍ਰਭਾਵ ਦਿੰਦਾ ਹੈ ਕਿ ਇਨਸਾਨ ਆਪਣੇ ਆਪ ਨੂੰ ਉੱਚ ਕੋਟੀ ਦਾ ਸਮਝਣ ਲੱਗ ਜਾਂਦਾ ਹੈ, ਭਾਵੇਂ ਉਹ ਹੋਵੇ ਚਾਹੇ ਉਹ ਨਾ ਹੋਵੇ। ਪਰ ਸੂਰਜ ਦੀ ਗਰਮੀ ਤੇ ਲਗਨ ਦੀ ਗਰਮੀ ਜਦੋਂ ਇਕੱਠੀਆਂ ਹੁੰਦੀਆਂ ਨੇ ਤੇ ਕਈ ਵਾਰੀ ਕਹਿੰਦੇ ਨੇ ਤੇਜ਼ ਤਾਪ ਰੋਟੀ ਸਾੜ ਵੀ ਦਿੰਦਾ, ਤੇ ਕਈ ਵਾਰੀ ਇਨਸਾਨ ਜਿਹੜਾ ਹੈ ਲੀਡਰਸ਼ਿਪ ਚਾਹੁੰਦਾ ਆਪ ਨੌਕਰਾਂ ਵਰਗਾ ਜੀਵਨ ਜੀਣਾ ਬਤੀਤ ਕਰਨਾ ਸ਼ੁਰੂ ਕਰ ਦਿੰਦਾ। ਉਸ ਦਾ ਕਾਰਨ ਕੀ ਹੁੰਦਾ ਕਿ ਉਸ ਇਨਸਾਨ ਦੇ ਵਿੱਚ ਪੇਸ਼ੈਂਸ ਦੀ ਕਮੀ ਹੋ ਜਾਂਦੀ ਹੈ, ਡਬਲ ਅਗਨੀ, ਡਬਲ ਤਾਪ ਲੈ ਕੇ ਉਹ ਚੱਲਦਾ ਹੈ, ਇੱਕਦਮ ਰਿਐਕਟ ਕਰਦਾ ਹੈ, ਕਿਸੇ ਦੀ ਗੱਲ ਨਹੀਂ ਸੁਣਦਾ। ਜਦੋਂ ਉਸ ਦੇ ਉੱਪਰ ਕਿਸੇ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇ ਤਾਂ ਉਹ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ, ਸਮੇਂ ਸਿਰ ਸਹੀ ਡਿਸੀਜਨ ਉਹ ਨਹੀਂ ਲੈਂਦਾ, ਗਲਤੀ ਦੇ ਨਾਲ ਤੇਜ਼ੀ ਦੇ ਵਿੱਚ ਲਏ ਹੋਏ ਡਿਸੀਜਨ ਉਸ ਦੇ ਲਈ ਹਮੇਸ਼ਾ ਨੁਕਸਾਨਦਾਇਕ ਹੁੰਦੇ ਨੇ। ਅਗਰ ਸੂਰਜ ਇੱਥੇ ਕੰਟਰੋਲਡ ਹੋਵੇ, ਹੁਣ ਇੱਥੇ ਕੰਟਰੋਲ ਦੀ ਕੀ ਗੱਲ ਕਰਦੇ ਹਾਂ ਕਿ ਉਸ ਦੀ ਰਾਸ਼ੀ ਜਿਹੜੀ, ਉਸ ਦੀ ਡਿਗਰੀ ਜਿਹੜੀ ਹੈਗੀ ਆ ਉਹ ਮਤਲਬ ਜਵਾਨੀ ਵਾਲੀ ਹੋਵੇ ਤਾਂ ਉਸ ਦਾ ਤਾਪ ਜਿਹੜਾ ਉਹ ਜ਼ਿਆਦਾ ਮੰਨਿਆ ਜਾਂਦਾ ਹੈ। ਅਗਰ ਸੂਰਜ ਜਵਾਨ ਔਰ ਮਤਲਬ ਅਸੀਂ ਡਿਗਰੀ ਦੇ ਮੁਤਾਬਕ ਦੇਖਾਂਗੇ 14 ਤੋਂ 18 ਡਿਗਰੀ ਦੇ ਵਿੱਚ ਅਗਰ ਸੂਰਜ ਹੋ ਜਾਂਦਾ ਹੈ ਤਾਂ ਫਿਰ ਉਹ ਕੰਟਰੋਲਡ ਸੂਰਜ ਆ ਜਾਂਦਾ ਹੈ, ਤੇ ਐਸੇ ਇਨਸਾਨ ਨੂੰ
ਸਰਕਾਰੀ ਜੌਬਾਂ, ਸਰਕਾਰੀ ਮਹਿਕਮਿਆਂ ਦੇ ਵਿੱਚ ਉੱਚ ਪਦਵੀ, ਹਰ ਤਰ੍ਹਾਂ ਦਾ ਸਤਿਕਾਰ, ਰਾਜ ਦਰਬਾਰ ਵਿੱਚ ਉਸ ਦੀ ਜਿੱਤ, ਕਈ ਵਾਰੀ ਐਸੇ ਇਨਸਾਨ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਤੱਕ ਵੀ ਬਣਦੇ ਦੇਖੇ ਗਏ ਨੇ। ਓਕੇ ਜੀ ਸੋ ਮਤਲਬ ਚਾਹੇ ਆਪਣੀ ਰਾਸ਼ੀ ਵਿੱਚ ਰਿਲੈਕਸ ਵੀ ਹੋਵੇ, ਪਰ ਇਹ ਵੀ ਡਿਪੈਂਡ ਕਰਦਾ ਹੈ ਕਿ ਕਿੱਥੇ ਦਾ ਤੁਹਾਨੂੰ ਭਾਵ ਮਿਲ ਰਿਹਾ ਵਾ, ਕਿੱਥੋਂ ਦਾ ਤੁਹਾਨੂੰ ਫਲ ਮਿਲ ਜੀ ਰਿਹਾ। ਤੁਸੀਂ ਕਈ ਵਾਰੀ ਇਸ ਤਰ੍ਹਾਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕਾਂ ਨੇ ਬਿਜ਼ਨਸ ਸੈਟਅਪ ਕਰ ਦਿੱਤੇ, ਉਹ ਘਰ ਦੇ ਵਿੱਚ ਬੈਠੇ ਹੋਏ ਨੇ ਤੇ ਨੌਕਰ ਕਮਾ ਕੇ ਦੇ ਰਹੇ ਨੇ, ਉਹਨਾਂ ਦੇ ਮੈਨੇਜਰ ਉਹਨਾਂ ਨੂੰ ਰਿਪੋਰਟ ਕਰਦੇ ਨੇ, ਹਾਲਾਂਕਿ ਉਹਨਾਂ ਨੂੰ ਦੇਖਿਆ ਵੀ ਨਹੀਂ ਹੁੰਦਾ ਮਾਲਕ ਨੂੰ, ਫਿਰ ਵੀ ਰਿਪੋਰਟਾਂ ਉੱਥੇ ਤੱਕ ਪਹੁੰਚਦੀਆਂ ਨੇ। ਉਹ ਐਸੇ ਲੋਕ ਜਿਹੜੇ ਹੁੰਦੇ ਨੇ, ਉਹਨਾਂ ਨੂੰ ਲੀਡਰਸ਼ਿਪ ਦੀ ਇੱਕ ਕੁਆਲਿਟੀ ਜਿਹੜੀ ਹੈ ਉਹ ਅਗਰ ਕੰਟਰੋਲਡ ਹੋਵੇ, ਜਾਣੀ ਕਿ ਜਲਦੀ ਰਿਐਕਟ ਕਰਨ ਵਾਲਾ ਨਾ ਹੋਵੇ, ਹਰ ਚੀਜ਼ ਨੂੰ ਸਮਝਣ ਵਾਲਾ ਇਨਸਾਨ ਹੋਵੇ, ਸੂਰਜ ਦੀ ਡਿਗਰੀ ਮਤਲਬ ਇਹ ਨਾ ਹੋਵੇ ਕਿ 8 ਤੋਂ 10 12 ਡਿਗਰੀ ਤੱਕ, 14 ਤੋਂ 18 ਤੱਕ ਵੀ ਹੋਵੇ, 12 ਤੋਂ 18 ਤੱਕ ਵੀ ਹੋਵੇ, ਤੇ ਐਸੇ ਜਿਹੜੇ ਇਨਸਾਨ ਨੇ ਉਹ ਰਾਜਿਆਂ ਦੀ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਨੇ। ਜੀ ਇਸ ਤੋਂ ਬਾਅਦ ਅਗਲੇ ਦੀ ਕਿਹਦੀ ਗੱਲ ਕਰਨ ਲੱਗੇ ਆਪਾਂ? ਜੀ ਜਦੋਂ ਅਸੀਂ ਅਗਲੀ ਰਾਸ਼ੀ ਦੀ ਗੱਲ ਕਰਾਂਗੇ ਤਾਂ ਉਹ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਫਿਰ ਜਿਹੜੀ ਹੈ ਉਹ ਬੁੱਧ ਦੀ ਰਾਸ਼ੀ ਹੈ, ਲੇਕਿਨ ਇੱਥੇ ਸੂਰਜ ਅਦਿੱਤਿਆ ਯੋਗ ਪੈਦਾ ਨਹੀਂ ਕਰਦਾ। ਓਕੇ ਉਸ ਦਾ ਕਾਰਨ ਹੈਗਾ ਕਿ ਇਹ ਪਤਾਲ ਦੀ ਰਾਸ਼ੀ ਹੈ। ਪਤਾਲ ਦੀ ਜੀ ਅਗਰ ਆਪਾਂ ਲਗਨ ਨੂੰ ਦੇਖਿਆ ਜਾਵੇ, ਪਹਿਲੇ ਭਾਵ ਤੋਂ 6ਵਾਂ ਭਾਵ ਜਿਹੜਾ ਹੈ ਉਹ ਪਤਾਲ ਮੰਨਿਆ ਜਾਂਦਾ ਹੈ, ਤੇ ਸੂਰਜ ਜਿਹੜਾ ਇਸ ਨੂੰ ਅਸਤ ਸੂਰਜ ਕਿਹਾ ਜਾ ਸਕਦਾ ਹੈ। ਓਕੇ ਜਦੋਂ ਡੁੱਬਦਾ ਹੋਇਆ ਸੂਰਜ, ਜਿਸ ਤਰ੍ਹਾਂ ਕਿ ਅਸੀਂ ਮਿਥੁਨ ਦੇ ਵਿੱਚ ਸੂਰਜ ਨੂੰ ਚੜ੍ਹਦਾ ਤਾਂ ਅਸੀਂ ਮੇਸ਼ ਤੋਂ ਕਹਿੰਦੇ ਹਾਂ, ਲੇਕਿਨ ਕੰਨਿਆ ਰਾਸ਼ੀ ਤੱਕ ਜਾਂਦੇ ਜਾਂਦੇ ਸੂਰਜ ਦੀ ਰੋਸ਼ਨੀ ਜਿਹੜੀ ਘਟ ਜਾਂਦੀ, ਸਰਦੀਆਂ ਦਾ ਸੂਰਜ, ਓਕੇ ਮੱਧਮ ਜਿਹੜਾ ਮੱਧਮ ਸੂਰਜ। ਤੇ ਜਦੋਂ ਇੱਥੇ ਮੱਧਮ ਲਗਨ ਦੇ ਵਿੱਚ ਸੂਰਜ ਕੰਨਿਆ ਰਾਸ਼ੀ ਦਾ ਹੋਵੇ ਤੇ ਇੱਥੇ ਫਲ ਹਰ ਇੱਕ ਚੀਜ਼ ਦੇ ਮੱਧਮ ਮਿਲਦੇ ਨੇ। ਸੂਰਜ ਹਲਕਾ ਹਲਕਾ ਰਹਿੰਦਾ ਹੈ, ਜਿਹੜਾ ਕਿ ਨਾ ਤਾਂ ਠੰਡ ਰੋਕ ਪਾਉਂਦਾ ਹੈ, ਸਿਰਫ ਇੱਕ ਰੋਸ਼ਨੀ ਦਾ ਕਾਰਕ ਹੁੰਦਾ ਹੈ। ਐਸੇ ਇਨਸਾਨ ਜਿਨ੍ਹਾਂ ਦਾ ਕੰਨਿਆ ਲਗਨ ਹੋਵੇ ਔਰ ਸੂਰਜ ਵੀ ਕੰਨਿਆ ਲਗਨ ਦਾ ਕੰਨਿਆ ਰਾਸ਼ੀ ਦਾ ਲਗਨ ਦੇ ਵਿੱਚ ਬੈਠਾ ਹੋਵੇ, ਇਹ 34 ਸਾਲ ਦੀ ਉਮਰ, ਜਦੋਂ ਤੱਕ ਬੁੱਧ ਦੀ ਉਮਰ ਖਤਮ ਨਹੀਂ ਹੋ ਜਾਂਦੀ, ਹਾਲਾਂਕਿ ਜਿਨ੍ਹਾਂ ਦੇ ਸੂਰਜ ਉੱਚਦੇ ਹੁੰਦੇ ਨੇ ਉਹ 21 ਤੋਂ ਲੈ ਕੇ 24 ਸਾਲਾਂ ਦੀ ਉਮਰ ਦੇ ਵਿੱਚ ਜਾਂਦਿਆਂ ਆਪਣੇ ਆਪ ਨੂੰ ਸੈਟਲ ਕਰ ਲੈਂਦੇ ਨੇ। ਐਸੇ ਇਨਸਾਨਾਂ ਦਾ ਜੀਵਨ ਇੰਨਾ ਕੁ ਵਧੀਆ ਹੋ ਜਾਂਦਾ ਹੈ ਕਿ ਮਤਲਬ ਐਸੇ ਲੋਕ ਜਿਹੜੇ ਨੇ 24 ਸਾਲਾਂ ਦੀ ਉਮਰ ਤੱਕ ਆਪਣੇ ਆਪ ਨੂੰ ਗੱਡੀਆਂ, ਕਾਰਾਂ ਤੇ ਦੁਕਾਨਾਂ ਮਕਾਨਾਂ ਵਾਲਾ ਬਣਾ ਲੈਂਦੇ ਨੇ। ਪਰ ਦੂਸਰੇ ਪਾਸੇ ਕੰਨਿਆ ਰਾਸ਼ੀ ਹੋਵੇ, ਕੰਨਿਆ ਲਗਨ ਹੋਵੇ, ਸੂਰਜ ਲਗਨ ਭਾਵ 'ਚ ਬੈਠਾ ਹੋਵੇ, ਤੇ ਐਸੇ ਲੋਕ ਜਿਹੜੇ ਨੇ ਉਹ 34 ਦੀ ਏਜ ਤੱਕ ਸੰਘਰਸ਼ ਕਰਦੇ ਰਹਿੰਦੇ ਨੇ, ਦੂਸਰਿਆਂ ਤੇ ਡਿਪੈਂਡੈਂਟ ਰਹਿੰਦੇ ਨੇ, ਦੂਸਰਿਆਂ ਦੀ ਰੋਸ਼ਨੀ ਨਾਲ ਆਪਣਾ ਘਰ ਰੋਸ਼ਨ ਕਰਦੇ ਨੇ, ਲੋਕਾਂ ਦੇ ਪੈਸੇ ਨਾਲ ਆਪਣਾ ਘਰ ਚਲਾਉਂਦੇ ਨੇ, ਆਪਣੇ ਭੈਣਾਂ ਭਰਾਵਾਂ ਦੀ ਮਦਦ ਦੇ ਨਾਲ ਆਪਣੇ ਜੀਵਨ ਦਾ ਨਿਰਵਾਹ ਕਰਦੇ ਨੇ। ਲੇਕਿਨ ਜਦੋਂ ਉਹਨਾਂ ਦੀ ਉਮਰ 34 ਸਾਲ ਤੋਂ ਪਾਰ ਹੋ ਜਾਂਦੀ ਹੈ, ਫਿਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਉਹ ਕਿਸੇ ਦੀ ਸੁਣਦੇ ਨਹੀਂ। ਫਿਰ ਉਹਨਾਂ ਨੂੰ ਲੱਗਦਾ ਕਿ ਸਾਰਾ ਕੁਝ ਮੈਂ ਬਣਾਇਆ, ਇਹ ਮੇਰੀ ਮਿਹਨਤ ਹੈ। ਸਭ ਤੋਂ ਪਹਿਲਾਂ ਤਾਂ ਉਹ ਇਹ ਭੁੱਲ ਜਾਂਦੇ ਨੇ ਕਿ ਮੈਂ ਕਿੰਦੀ ਕੋਲੋਂ ਮਦਦ ਲਈ ਸੀ, ਮੇਰਾ ਕਿੰਨੇ ਕੀਤਾ। ਉਹਨੂੰ ਇਹ ਲੱਗਦਾ ਕਿ ਹੁਣ ਮੇਰੀ ਰੱਬ ਨੇ ਬਾਹ ਫੜ ਲਈ, ਹੁਣ ਤਾਂ ਮੈਂ ਹੁਣ ਕਿਸੇ ਦੀ ਲੋੜ ਨਹੀਂ, ਕਿਸੇ ਦੀ ਮੈਨੂੰ ਲੋੜ ਨਹੀਂ, ਜੋ ਵੀ ਕਰਨਾ ਮੈਂ ਹੀ ਕੀਤਾ ਵਾ ਤੇ ਮੈਂ ਹੀ ਕਰੂੰਗਾ। ਤੇ ਫਿਰ ਹੌਲੀ ਹੌਲੀ ਉਸ ਦੇ ਜੀਵਨ ਦੇ ਵਿੱਚ ਠਹਿਰਾਵ ਆਉਣਾ ਸ਼ੁਰੂ ਹੁੰਦਾ ਹੈ, ਜਾ ਕੇ 42 ਸਾਲ ਦੀ ਉਮਰ ਤੋਂ ਬਾਅਦ। ਕਈ ਵਾਰੀ ਮੈਂ ਐਸਾ ਦੇਖਿਆ ਕਿ 45-46 ਸਾਲ ਦੀ ਉਮਰ 'ਚ ਜਾ ਕੇ ਠਹਿਰਾਵ ਆਉਂਦਾ, ਨਹੀਂ ਤਾਂ ਉਹ ਕੀ ਹੁੰਦਾ, ਉਛਲਦਾ ਫਿਰਦਾ। ਨਿੱਕੀ ਜੀ ਕੋਈ ਗੱਲ ਹੋਣੀ, ਤੁਸੀਂ ਦੇਖਿਆ ਹੋਣਾ ਕਿ ਉਹ ਇੱਕ ਮੈਂ ਬੁੱਕ ਪੜ੍ਹ ਰਿਹਾ ਸੀਗਾ ਕਿ ਅਗਰ ਕਿਸੇ ਪੜ੍ਹੇ ਲਿਖੇ ਕਿਸੇ ਬਿਜ਼ਨਸ ਮਾਈਂਡਡ ਪਰਸਨ ਨੂੰ ਲੱਖ ਰੁਪਇਆ ਦੇ ਦਿੱਤਾ ਜਾਵੇ, ਉਹ 2 ਲੱਖ ਰੁਪਇਆ ਕਰਕੇ ਤੇ 1 ਲੱਖ ਰੁਪਏ ਦਾ ਆਈਫੋਨ ਲਵੇਗਾ ਤੇ 1 ਲੱਖ ਰੁਪਇਆ ਦੁਬਾਰਾ ਰੀਇਨਵੈਸਟ ਕਰੇਗਾ। ਤੇ ਜੇ ਕਿਸੇ ਨਾਰਮਲ ਇਨਸਾਨ ਨੂੰ ਜਾਂ ਜਿਹੜੇ ਬੰਦੇ ਨੂੰ ਐਸੇ ਇਨਸਾਨ ਨੂੰ ਦੇ ਦਿੱਤਾ ਜਾਵੇ ਜਿਸ ਦੀ ਕਾਬਲੀਅਤ ਜਾਂ ਉਸ ਦਾ ਬ੍ਰੇਨ ਇੰਨਾ ਡਿਵੈਲਪ ਨਹੀਂ ਹੈਗਾ, ਉਸ ਦਾ ਬਿਜ਼ਨਸ ਮਾਈਂਡਡ ਬ੍ਰੇਨ ਨਹੀਂ ਹੈਗਾ, ਜਿਹਨੇ ਕਦੀ ਹੁਣੇ ਹੀ ਪੈਸਾ ਦੇਖਿਆ, ਉਹ ਸਭ ਤੋਂ ਪਹਿਲਾਂ 1 ਲੱਖ ਰੁਪਏ ਦਾ ਆਈਫੋਨ ਲਿਆਵੇਗਾ ਔਰ 4-5 ਮਹੀਨਿਆਂ ਦੇ ਵਿੱਚ ਉਹ ਆਊਟਡੇਟਡ ਹੋ ਕੇ ਉਹ ਫਿਰ ਪੁਰਾਣੇ ਮਾਡਲ ਦਾ ਇਨਸਾਨ ਬਣ ਕੇ ਰਹਿ ਜਾਵੇਗਾ। ਤੇ ਇਹ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨੇ, ਉਹ ਜਦੋਂ, ਜਾਂ ਪੜ੍ਹੇ ਲਿਖੇ ਨਹੀਂ ਮੈਂ ਕਹਿ ਸਕਦਾ, ਜਿਹੜੇ ਬਿਜ਼ਨਸ ਮਾਈਂਡਡ ਲੋਕ ਹੁੰਦੇ ਨੇ, ਜਾਂ ਜਿਹੜੇ ਲੋਕਾਂ 'ਚ ਠਹਿਰਾਵ ਆ ਚੁੱਕਿਆ ਹੁੰਦਾ, ਜਦੋਂ ਠਹਿਰਾਵ ਕਿਸੇ ਦੇ ਇਨਸਾਨ ਦੇ ਜੀਵਨ ਦੇ ਵਿੱਚ ਆਉਂਦਾ ਹੈ ਤੇ ਪੈਸਾ ਆਪਣੇ ਆਪ ਮਲਟੀਪਲਾਈ ਹੁੰਦਾ। ਤੇ ਜਦੋਂ ਅਸੀਂ ਸ਼ੋਅ ਆਫ ਦੇ ਵਿੱਚ ਪੈ ਜਾਂਦੇ ਹਾਂ, ਅੱਜ ਕੱਲ ਟਿਕਟੌਕ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ 5-5 ਆਈਫੋਨ ਦੋਸਤਾਂ ਦੇ ਵੀ ਮੰਗ ਕੇ ਵੀਡੀਓ ਬਣਾ ਲੈਂਦੇ, ਮੇਰੀ ਆਈਫੋਨ ਸੀਰੀਜ਼, ਬਿਲਕੁਲ। ਔਰ ਬਾਅਦ ਦੇ ਵਿੱਚ ਪਤਾ ਲੱਗਦਾ ਕੋਈ ਬਟਨਾਂ ਵਾਲਾ ਫੋਨ ਵਿੱਚੋਂ ਆਪਣਾ ਸੀ,
ਬਾਕੀ ਸਾਰੇ ਆਂਡੀਆਂ ਗਵਾਂਡੀਆਂ ਦੇ ਸੀ। ਤੇ ਇਹ ਜਦੋਂ ਐਸੇ ਲਗਨ ਦੇ ਵਿੱਚ ਆਉਂਦਾ, ਜਦੋਂ ਤੱਕ ਉਹਨਾਂ 'ਚ ਠਹਿਰਾਵ ਨਹੀਂ ਆਵੇਗਾ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਹਮੇਸ਼ਾ ਅਪ ਐਂਡ ਡਾਊਨ ਹੀ ਰਹੇਗਾ। ਉਹਨਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਭਰੋਸਾ ਨਹੀਂ ਕੱਲ ਦਾ ਕਿ ਸਾਡਾ ਜੀਵਨ ਐਦਾਂ ਦਾ ਹੀ ਰਵੇ। ਇਸ ਕਰਕੇ ਜਿਨ੍ਹਾਂ ਦੀ ਲਗਨ ਦੇ ਵਿੱਚ ਜਿਨ੍ਹਾਂ ਦੇ ਵੀ ਸੂਰਜ 6ਵੀਂ ਰਾਸ਼ੀ ਦਾ ਹੈਗਾ, ਜਾਂ ਜਿਨ੍ਹਾਂ ਦੀ ਰਾਸ਼ੀ ਜਿਹੜੀ ਹੈ ਉਹ 6ਵੀਂ ਰਾਸ਼ੀ ਹੈਗੀ ਆ, ਉਹਨਾਂ ਦੇ ਸੂਰਜ ਦਾ ਪ੍ਰਭਾਵ ਅਗਰ ਕੁੰਡਲੀ 'ਚ ਦੇਖਣਾ ਤਾਂ ਉਹਨਾਂ ਲਈ ਸਭ ਤੋਂ ਵਧੀਆ ਜਾਂ ਉਹਨਾਂ ਲਈ ਸਿੱਖਣ ਵਾਲੀ ਚੀਜ਼ ਇਹ ਹੈਗੀ ਕਿ ਮਨ ਦੇ ਵਿੱਚ ਠਹਿਰਾਵ ਲੈ ਕੇ ਆਇਆ ਜਾਵੇ। ਜੀ, ਠਹਿਰਾਵ ਵੈਸੇ ਹੀ ਸਾਰਿਆਂ ਲਈ ਬਹੁਤ ਜ਼ਰੂਰੀ ਹੈ, ਹਰ ਰਾਸ਼ੀ ਲਈ ਜ਼ਰੂਰੀ ਹੈ। ਸੋ ਜਿਵੇਂ ਤੁਸੀਂ ਕੰਨਿਆ ਦੀ ਗੱਲ ਕੀਤੀ ਹੈ ਕਿ ਮੱਧਮ ਹੁੰਦੀ ਹੈ ਇਸ ਵਕਤ ਸੂਰਜ ਦੀ ਰੋਸ਼ਨੀ, ਬਾਕੀ ਰਾਸ਼ੀਆਂ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਪਰ ਸਮਾਂ ਜਿਹੜਾ ਸਾਡਾ ਅੱਗੇ ਇਜਾਜ਼ਤ ਲੈਣ ਵੱਲ ਨੂੰ ਵੱਧਦਾ ਪਿਆ ਵਾ। ਬਾਕੀ ਜਿਹੜੀਆਂ ਰਾਸ਼ੀਆਂ ਰਹਿ ਗਈਆਂ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਉੱਚ ਦਾ ਸੂਰਜ ਸਭ ਕੁਝ ਦੇਵੇ, ਸੋ ਇਹਦੇ ਬਾਰੇ ਵੀ ਅੱਗੇ ਜਾ ਕੇ ਅਸੀਂ ਗੱਲਬਾਤ ਕਰਾਂਗੇ, ਪਰ ਇਸ ਵਕਤ ਪ੍ਰੋਗਰਾਮ 'ਚ ਸਮਾਂ ਜਿਹੜਾ ਆ ਉਹ ਇਜਾਜ਼ਤ ਲੈਣ ਵੱਲ ਨੂੰ ਵੱਧ ਰਿਹਾ। ਸਰ, ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਜੀ, ਮੈਂ ਇਹ ਗੱਲ ਫਿਰ ਤੋਂ ਅਨਾਉਂਸ ਕਰਨਾ ਚਾਹੁੰਦਾ ਹੈਗਾ ਕਿ ਮੈਂ 27 ਜੂਨ ਤੋਂ ਲੈ ਕੇ ਤੇ 8 ਤਰੀਕ ਤੱਕ ਇੰਡੀਆ ਦੇ ਟ੍ਰਿਪ ਤੇ ਸੀਗਾ, ਤੇ ਇੰਡੀਆ ਤੋਂ ਬਾਅਦ ਮੇਰਾ ਜਿਹੜਾ ਦੂਸਰਾ 4 ਦਿਨ ਦਾ ਜਾਪਾਨ ਦਾ ਟ੍ਰਿਪ ਹੈਗਾ, ਜਿਹੜਾ ਕਿ 10 ਜੁਲਾਈ ਤੋਂ ਲੈ ਕੇ ਤੇ 4 ਦਿਨ ਦਾ 13 ਤੱਕ ਹੈਗਾ। ਫਿਰ 14 ਤਰੀਕ ਤੋਂ ਲੈ ਕੇ ਤੇ 22 ਤਰੀਕ ਤੱਕ ਜਿਹੜਾ ਉਹ ਮੈਂ ਆਸਟ੍ਰੇਲੀਆ ਮੈਲਬਨ ਦੇ ਵਿੱਚ ਰਵਾਂਗਾ, ਤੇ 23 ਤਰੀਕ ਤੋਂ ਲੈ ਕੇ ਤੇ 27 ਤਰੀਕ ਤੱਕ ਜਿਹੜਾ ਹੈ ਉਹ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਮੇਰਾ ਜਿਹੜਾ ਪ੍ਰੋਗਰਾਮ ਹੈਗਾ ਵਾ, ਜਿਹੜਾ ਕਿ ਮੈਂ ਉੱਥੇ ਜਾ ਰਿਹਾ ਹੈਗਾ। ਤੇ ਉਸ ਪੀਰੀਅਡ ਦੇ ਵਿੱਚ ਜਿਨ੍ਹਾਂ ਨੂੰ ਵੀ ਮੇਰੀ ਕੋਈ ਜ਼ਰੂਰਤ ਹੈਗੀ ਜਾਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ, ਉਹ ਮੈਨੂੰ ਮੇਰੇ WhatsApp ਨੰਬਰ, ਖਾਸ ਕਰਕੇ ਟੈਲੀਫੋਨ ਡਾਇਰੈਕਟ ਮਿਲਾਉਣ ਦੀ ਬਜਾਏ WhatsApp ਨੰਬਰ ਜਿਹੜੇ ਮੇਰੇ ਟੀਵੀ ਸਕਰੀਨ ਤੇ ਆ ਰਹੇ ਨੇ ਉਹਨਾਂ ਤੇ ਮੇਰੇ ਨਾਲ ਸੰਪਰਕ ਕਰ ਲੈਣ। ਜੀ ਬਿਲਕੁਲ, ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਜੀ। ਸੋ ਦੋਸਤੋ, ਅਸੀਂ ਸਾਡਾ ਪ੍ਰੋਗਰਾਮ ਤੁਹਾਡੇ ਸਿਤਾਰੇ, ਹੁਣ ਤੁਹਾਨੂੰ ਟਾਈਮ ਵੀ ਦੱਸ ਦਿੱਤਾ ਗਿਆ, ਡੇਟ ਵੀ ਦੱਸ ਦਿੱਤੀਆਂ ਗਈਆਂ ਨੇ। ਉਸ ਟਾਈਮ ਜ਼ੋਨ ਦੇ ਅਕੋਰਡਿੰਗ ਤੁਸੀਂ ਡਾਕਟਰ ਅਸ਼ੋਕ ਭੰਡਾਰੀ ਨੂੰ ਕਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।